ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ। ਅੱਜ ਦੇ ਦਿਨ ਦਾ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਤੇਰੇ ਸਨਮੁਖ ਆਉਂਦੇ ਹਾਂ। ਸਾਨੂੰ ਆਪ ਦੀ ਪਵਿੱਤਰ ਅਤੇ ਗੂੜ ਭੇਦਾਂ ਨੂੰ ਸਮਝਣ ਦੇ ਲਈ ਮਦਦ ਕਰ, ਕਿਉਂਕਿ ਤੇਰਾ ਆਤਮਾ ਸਾਨੂੰ ਸਿਖਲਾਉਂਦਾ ਹੈ ਅਤੇ ਅਸੀਂ ਸਿੱਖਦੇ ਹੋਏ ਸਵਰਗ ਰਾਜ ਵਿੱਚ ਵੱਧਦੇ ਜਾਂਦੇ ਹਾਂ। ਉਹ ਪਰਮੇਸ਼ਰ ਪਿਤਾ ਸੁਣਨ ਵਾਲੇ ਅਤੇ ਬੋਲਣ ਵਾਲਿਆਂ ਨੂੰ ਦੋਨਾਂ ਨੂੰ ਆਸ਼ੀਸ਼ ਦੇ, ਤਾਂ ਕਿ ਆਪ ਦੀ ਵਡਿਆਈ ਹੋਵੇ। ਇਹ ਸਭੋ ਕੁਛ ਮਸੀਹ ਯਸੂ ਦੇ ਪਵਿੱਤਰ ਅਤੇ ਸਮਰਥੀ ਨਾਮ 'ਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਮੈਂ ਆਪ ਦੇ ਨਾਲ ਜੋ ਭਾਗ ਲਿਆ ਹੈ ਉਸ ਨੂੰ ਆਪ ਦੇ ਸਮਕਸ਼ ਰੱਖ ਕੇ ਪੜ੍ਹ ਰਿਹਾ ਹਾਂ। ਇੱਥੇ ਮੈਂ ਜੋ ਅੱਜ ਦੇ ਵਚਨ ਦਾ ਹਿੱਸਾ ਲਿਆ ਹੈ, ਔਰ ਅੱਜ ਦੇ ਵਚਨ ਦਾ ਮੇਰਾ ਹਿੱਸਾ ਹੈ ਪਰਮੇਸ਼ਵਰ ਦੇ ਵਿੱਚ ਹਰ ਇੱਕ ਵਰਗ ਦੇ ਭਾਈ ਭੈਣਾਂ ਦੇ ਨਾਲ ਮਿਲੇ ਰਹਿਣਾ। ਪਰਮੇਸ਼ਵਰ ਦੇ ਵਿੱਚ ਹਰ ਵਰਗ ਦੇ ਭਾਈ ਭੈਣਾਂ ਦੇ ਨਾਲ ਮਿਲੇ ਰਹਿਣਾ। ਔਰ ਇਸ ਦੇ ਲਈ ਮੈਂ ਆਪ ਦੇ ਅੱਗੇ ਉਤਪਤੀ ਪੁਸਤਕ 50 ਅਧਿਆਏ ਉਸ ਦੀ 24-25 ਆਇਤ ਨੂੰ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਯੂਸਫ ਨੇ ਆਪਣੇ ਭਾਈਆਂ ਨੂੰ ਕਿਹਾ, ਮੈਂ ਤਾਂ ਮਰਨ ਉੱਤੇ ਹਾਂ, ਪਰ ਪਰਮੇਸ਼ਰ ਜ਼ਰੂਰ ਤੁਹਾਡੀ ਸੁਧੀ ਲਵੇਗਾ ਅਤੇ ਤੁਸੀਂ ਇਸ ਦੇਸ਼ ਤੋਂ ਨਿਕਲ ਕੇ ਉਸ ਦੇਸ਼ ਵਿੱਚ ਤੁਹਾਨੂੰ ਪਹੁੰਚਾ ਦੇਵੇਗਾ ਜਿਸ ਦੇ ਦੇਣ ਦੀ ਉਸ ਨੇ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਨਾਲ ਸਹੁੰ ਖਾਧੀ ਸੀ। ਫਿਰ ਯੂਸਫ ਨੇ ਇਸਰਾਏਲੀਆਂ ਨੂੰ ਇਹ ਕਹਿ ਕੇ ਕਿ ਪਰਮੇਸ਼ਰ ਨਿਸ਼ਚਿਤ ਤੁਹਾਡੀ ਸੁਧੀ ਲਵੇਗਾ, ਉਸ ਨੂੰ ਇਸ ਵਿਸ਼ੇ ਦੀ ਸਹੁੰ ਖਲਾਈ ਕਿ ਤੁਸੀਂ ਮੇਰੀ ਹੱਡੀਆਂ ਨੂੰ ਉੱਥੇ ਉਸ ਦੇਸ਼ ਵਿੱਚ ਲੈ ਜਾਣਾ। ਔਰ ਉਸ ਤੋਂ ਉਪਰੰਤ ਮੈਂ ਅਗਲਾ ਪਾਠ ਪੜ੍ਹ ਰਿਹਾ ਹਾਂ, ਯਹੋਸ਼ੂ 24:32। ਇੱਥੇ ਲਿਖਿਆ ਹੈ, ਫਿਰ ਯੂਸਫ ਦੀਆਂ ਹੱਡੀਆਂ ਜਿਨ੍ਹਾਂ ਨੂੰ ਇਸਰਾਏਲੀ ਮਿਸਰ ਤੋਂ ਲੈ ਆਏ ਸਨ, ਉਹ ਸ਼ਕੇਮ ਦੀ ਭੂਮੀ ਦੇ ਉਸ ਭਾਗ ਵਿੱਚ ਗੱਡੀਆਂ ਗਈਆਂ ਜਿੱਥੇ ਯਾਕੂਬ ਨੇ ਸ਼ਕੇਮ ਦੇ ਪਿਤਾ ਹਮੋਰ ਤੋਂ 100 ਚਾਂਦੀ ਦੇ ਸਿੱਕਿਆਂ ਵਿੱਚ ਮੋਲ ਲਿਆ ਸੀ। ਇਸ ਲਈ ਉਹ ਯੂਸਫ ਦੀ ਸੰਤਾਨ ਦਾ ਨਿਜ ਭਾਗ ਹੋ ਗਿਆ। ਪਿਆਰੇ ਅਜ਼ੀਜ਼, ਜਦੋਂ ਮੈਂ ਇਸ ਖੰਡ ਨੂੰ ਪੜ੍ਹਿਆ ਔਰ ਜੋ ਮੇਰਾ ਵਿਸ਼ਾ ਹੈ ਕਿ ਹਰ ਵਰਗ ਦੇ ਭਾਈ ਭੈਣਾਂ ਦੇ ਨਾਲ ਮਿਲੇ ਰਹਿਣਾ, ਇੱਥੇ ਮੈਨੂੰ ਯੂਸਫ ਦੀ ਜ਼ਿੰਦਗੀ ਦੇ ਵਿੱਚੋਂ ਇਹ ਖੰਡ ਪਰਮੇਸ਼ਰ ਨੇ ਸਮਝਾਇਆ ਔਰ ਮੈਂ ਆਪ ਨੂੰ ਵੀ ਸਮਝਾ ਰਿਹਾ ਹਾਂ। ਯੂਸਫ ਮਿਸਰ ਦੇ ਵਿੱਚ ਫੈਰੋਨ ਤੋਂ ਬਾਅਦ ਦੂਜੀ ਸ਼੍ਰੇਣੀ ਦਾ ਸਭ ਤੋਂ ਮਹਾਨ ਪੁਰਖ ਹੋਇਆ, ਪਰ ਉਸ ਨੇ ਕਦੇ ਵੀ ਵਾਸਤਵਿਕ ਮਹਿਮਾ ਆਪਣੇ ਵਿੱਚ ਨਹੀਂ ਲਈ। ਉਸ ਦੇ ਆਪਣੇ ਭਰਾਵਾਂ ਨੇ ਉਸ ਨੂੰ ਦੂਰ ਕਰਨ ਦੇ ਲਈ ਵੇਚ ਦਿੱਤਾ ਸੀ। ਇਹ ਅਸੀਂ ਬਾਣੀ ਦੇ ਵਿੱਚ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਸਾਫ਼ ਰੀਤੀ ਨਾਲ ਮਿਲਦਾ ਹੈ ਕਿ ਯੂਸਫ ਦੇ ਜਿਹੜੇ ਭਰਾ ਸੀ ਉਹ ਯੂਸਫ ਤੋਂ ਘਿਣ ਕਰਦੇ ਸੀ, ਉਹ ਯੂਸਫ ਨੂੰ ਪਸੰਦ ਨਹੀਂ ਸੀ ਕਰਦੇ। ਉਸ ਦਾ ਰੀਜ਼ਨ ਇਹ ਸੀ ਕਿ ਯੂਸਫ ਜੋ ਵੀ ਸੁਪਨ ਦੇਖਦਾ ਸੀ ਆਪਣੇ ਭਰਾਵਾਂ ਦੇ ਵਿੱਚ ਉਹਨਾਂ ਨੂੰ ਦੱਸਦਾ ਸੀ, ਤਾਂ ਉਹ ਇਹ ਸਮਝਦੇ ਕਿ ਇਹ ਸਾਨੂੰ ਨੀਵਾਂ ਦਿਖਾ ਰਿਹਾ ਹੈ, ਪਰ ਅਸਲ ਉਹ ਪਰਮੇਸ਼ਰ ਦੀ ਸੱਚਾਈ ਨੂੰ ਬਿਆਨ ਕਰ ਰਿਹਾ ਸੀ। ਪਰ ਉਹ ਲੋਕ ਸਮਝ ਨਹੀਂ ਸੀ ਰਹੇ। ਉਹਨਾਂ ਨੇ ਉਹਦੇ ਨਾਲ ਇੰਨੀ ਨਫ਼ਰਤ ਕੀਤੀ, ਇੰਨੀ ਘਿਣ ਕੀਤੀ ਕਿ ਉਸ ਨੂੰ ਪਹਿਲਾਂ ਮਾਰ ਦੇਣ ਦਾ ਵਿਚਾਰ ਕੀਤਾ। ਮਾਰ ਦੇਣ ਤੋਂ ਬਾਅਦ ਵੀ ਜਦੋਂ ਯਹੂਦਾ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਤਦ ਉਹਨਾਂ ਨੇ ਮਿਸਰ ਦੇ ਵਪਾਰੀਆਂ ਦੇ ਹੱਥ ਉਸ ਨੂੰ ਵੇਚ ਦਿੱਤਾ। ਅਸੀਂ ਇਹ ਗੱਲ ਸਮਝਦੇ ਹਾਂ, ਉਸ ਨੇ ਅਜਿਹਾ ਜਾਣਿਆ ਕਿ ਅਬਰਾਹਮ ਦੀ ਸੰਤਾਨਾਂ ਦੇ ਨਾਲ ਏਕਤਾ ਦੀ ਸੱਚੀ ਮਹਿਮਾ ਸਾਡੇ ਵਿੱਚ ਹੋਣੀ ਚਾਹੀਦੀ ਹੈ। ਇਹ ਯੂਸਫ ਦਾ ਆਪਣਾ ਆਂਤਰਿਕ ਵਿਚਾਰ ਸੀ। ਜਦੋਂ ਉਹ ਮਿਸਰ ਦੇ ਵਿੱਚ ਪਲਿਆ ਅਤੇ ਵਧਿਆ, ਭਾਵੇਂ ਉਹ ਗੁਲਾਮੀ ਦੇ ਵਿੱਚ ਸੀ,
ਇਬਰਾਹਿਮ ਨੂੰ ਅਤੇ ਉਸ ਦੀ ਸੰਤਾਨ ਨੂੰ ਪਰਮੇਸ਼ਰ ਰਾਹੀਂ ਦਿੱਤੇ ਗਏ 7 ਪ੍ਰਕਾਰ ਦੇ ਆਸ਼ੀਰਵਾਦ ਦੇ ਭਾਗ ਇਹ ਯੂਸਫ ਦੀ ਸੰਤਾਨ ਅਤੇ ਯੂਸਫ ਦੇ ਲਈ ਅਨੰਤ ਮਹਿਮਾ ਦੇ ਸਬੂਤ ਸੀ। ਅਨੰਤ ਮਹਿਮਾ ਦੇ ਸਬੂਤ ਸੀ, ਕਿਉਂਕਿ ਜਦੋਂ ਪਰਮੇਸ਼ਰ ਨੇ ਅਬਰਾਹਮ ਨੂੰ ਚੁਣਿਆ ਤਾਂ ਉੱਥੇ ਅਬਰਾਹਮ ਨੂੰ ਜੋ ਆਸ਼ੀਰਵਾਦ ਦਿੱਤੇ ਪਰਮੇਸ਼ਰ ਨੇ, ਉਸ ਆਸ਼ੀਰਵਾਦ ਜੋ ਅਬਰਾਹਮ ਦੇ ਪਿੱਛੇ ਚੱਲਣ ਵਾਲੀ ਸੰਤਾਨ ਸੀ ਉਹਨਾਂ ਉੱਤੇ ਵੀ ਉਹ ਆਏ। ਪਿਆਰੋ, ਇਹ ਛੁਪੇ ਹੋਏ ਨਹੀਂ ਹੈ, ਇਹ ਅੱਜ ਵੀ ਸਬੂਤ ਅਤੇ ਪ੍ਰਮਾਣ ਸਾਨੂੰ ਇਸਰਾਇਲ ਦੇ ਵਿੱਚ ਮਿਲਦੇ ਆ ਤੇ ਦਿਖਦੇ ਆ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਯੂਸਫ ਨੇ ਇਹਨਾਂ ਆਤਮਿਕ ਆਸ਼ੀਰਵਾਦਾਂ ਨੂੰ ਆਪਣੇ ਲਈ ਚਾਹਿਆ। ਇੰਨਾ ਹੀ ਨਹੀਂ, ਪਰ ਆਪਣੇ ਪੁੱਤਰਾਂ ਦੇ ਲਈ ਵੀ ਉਸਨੇ ਇਹ ਮੰਗ ਕੀਤੀ। ਅਸੀਂ ਦੇਖਦੇ ਹਾਂ ਜਦੋਂ ਉਤਪਤੀ ਪੁਸਤਕ ਪੜ੍ਹਦੇ ਹਾਂ ਤਾਂ ਉਹ ਆਪਣੇ ਪੁੱਤਰਾਂ ਨੂੰ ਯਾਕੂਬ ਦੇ ਕੋਲ ਇੱਕ ਯਾਤਰੀ ਸੀ, ਜੋ ਇੱਕ ਯਾਤਰੀ ਸੀ ਉਸ ਕੋਲ ਲੈ ਕੇ ਆਇਆ। ਯਾਕੂਬ ਇੱਕ ਯਾਤਰੀ ਸੀ, ਕਿਉਂਕਿ ਉਸ ਦਾ ਨਾ ਕੋਈ ਆਪਣਾ ਘਰ ਸੀ, ਤੰਬੂਆਂ ਦੇ ਵਿੱਚ ਰਹਿੰਦੇ ਸੀ ਤੇ ਇਸ ਲਈ ਉਹ ਯਾਤਰੀ ਹੀ ਗਿਣਿਆ ਗਿਆ, ਜਿਹੜਾ ਇੱਕ ਮੁਸਾਫਿਰ ਸੀ। ਉਸ ਦੇ ਕੋਲ ਆਸ਼ੀਰਵਾਦ ਦੇ ਲਈ ਯੂਸਫ ਆਪਣੇ ਪੁੱਤਰਾਂ ਨੂੰ ਲੈ ਕੇ ਆਇਆ। ਅਸੀਂ ਇਹ ਗੱਲ ਵੀ ਉਤਪਤ ਦੇ ਵਿੱਚ ਪੜ੍ਹਦੇ ਹਾਂ। ਉਸ ਦੇ ਆਤਮਿਕ ਆਸ਼ਾ ਨੂੰ ਪ੍ਰਾਪਤ ਕਰਨ ਦੇ ਲਈ ਉਹ ਆਪਣੇ ਪੁੱਤਰਾਂ ਨੂੰ ਲੈ ਕੇ ਆਇਆ। ਆਤਮਿਕ ਆਸ਼ਾ ਪ੍ਰਾਪਤ ਕਰਨ ਦੇ ਲਈ ਇਸ ਰੀਤ ਨਾਲ ਉਸਨੇ ਆਪਣੇ ਪਿਤਾ ਨੂੰ ਆਦਰ ਦਿੰਦੇ ਹੋਏ ਵਿਸ਼ਵਾਸ ਰੱਖਿਆ ਕਿ ਪਰਮੇਸ਼ਰ ਦੀਆਂ ਪ੍ਰਤਿਗਿਆਵਾਂ ਅਤੇ ਵਾਅਦੇ ਜੋ ਉਸ ਨੂੰ ਆਸ਼ੀਸ਼ਾਂ ਦੇ ਰੂਪ ਦੇ ਵਿੱਚ ਆਪਣੇ ਪਿਤਾ ਯਾਕੂਬ ਤੋਂ ਪ੍ਰਾਪਤ ਹੋਏ, ਕਿਉਂਕਿ ਯਾਕੂਬ ਦੇ ਕੋਲ ਉਹਨਾਂ ਆਸ਼ੀਸ਼ਾਂ ਦੀ ਚਾਬੀ ਸੀ ਔਰ ਪਰਮੇਸ਼ਰ ਨੇ ਦਿੱਤੀ ਸੀ। ਇਸਰਾਇਲ ਦੇ ਵਿੱਚ ਇਹ ਪਰਮੇਸ਼ਰ ਉਹਨਾਂ ਨੂੰ ਦਿੰਦਾ ਆਇਆ ਸੀ। ਪਰ ਇਸ ਭਾਗ ਦਾ ਪੜ੍ਹਨ ਦਾ ਮੀਨਿੰਗ ਕੀ ਹੈ? ਇਸ ਭਾਗ ਦੇ ਵਿੱਚ ਇਸ ਖੰਡ ਦਾ ਅਸਲ ਨਤੀਜਾ ਕੀ ਹੈ, ਮੈਂ ਆਪ ਨੂੰ ਦੱਸਣਾ ਚਾਹੁੰਦਾ। ਕਈ ਵਿਸ਼ਵਾਸੀ ਆਰਥਿਕ ਰੂਪ ਨਾਲ ਜਦੋਂ ਚੰਗੇ ਹੋਣ ਲੱਗ ਜਾਂਦੇ ਆ ਜਾਂ ਉਹਨਾਂ ਦੀ ਆਰਥਿਕ ਮਨੋਵਿਰਤੀ ਵੱਧ ਜਾਂਦੀ ਹੈ ਤਾਂ ਉਹ ਆਪਣੇ ਸਾਥੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਖਾਸ ਕਰ ਆਪਣੇ ਤੋਂ ਨਾਲ ਚੱਲਣ ਵਾਲੇ ਵਿਸ਼ਵਾਸੀ ਭਾਈਆਂ ਭੈਣਾਂ ਤੋਂ ਦੂਰ ਹੋ ਜਾਂਦੇ। ਉਹਨਾਂ ਦੀ ਸੰਗਤ ਉਹਨਾਂ ਦੇ ਨਾਲ ਹੋ ਜਾਂਦੀ ਹੈ ਜਿਹੜੇ ਉੱਚ ਦਰਜੇ ਦੇ ਆਰਥਿਕ ਅਵਸਥਾ ਦੇ ਵਿੱਚ ਉੱਠੇ ਹੋਏ ਆ। ਪਰ ਯਾਕੂਬ ਨੇ ਤਾਂ, ਯੂਸਫ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ। ਯੂਸਫ ਮਿਸਰ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਉੱਠਿਆ, ਪਰ ਉਸਨੇ ਕਦੇ ਵੀ ਆਪਣੇ ਆਪ ਨੂੰ ਉੱਚਾ ਨਹੀਂ ਕੀਤਾ। ਉਹਨੇ ਹਮੇਸ਼ਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਾਂ ਕਰਕੇ ਰੱਖਿਆ ਅਤੇ ਉਸਨੇ ਜਿਹੜੇ ਉਹਦੇ ਆਪਣੇ ਭਰਾ ਸੀ, ਜਿਨ੍ਹਾਂ ਨੇ ਉਸ ਨੂੰ ਵੇਚ ਦਿੱਤਾ ਸੀ, ਉਹਨਾਂ ਨੂੰ ਵੀ ਗਲ ਨਾਲ ਲਾਇਆ। ਔਰ ਉੱਥੇ ਵੀ ਉਸਨੇ ਕੀ ਦੱਸਿਆ, ਉੱਥੇ ਵੀ ਉਸਨੇ ਕੀ ਕਿਹਾ, ਉਸ ਆਸ਼ੀਰਵਾਦ ਦੀ ਗੱਲ ਉੱਥੇ ਵੀ ਹੋਈ ਹੈ। ਉਸਨੇ ਉੱਥੇ ਉਹਨਾਂ ਨੂੰ ਕੀ ਕਿਹਾ? ਇਹ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਰਾਹੀਂ ਇਸ ਲਈ ਇੱਥੇ ਘੱਲਿਆ ਕਿ ਮੇਰਾ ਸਾਰਾ ਪਰਿਵਾਰ ਬਚ ਜਾਏ, ਤਾਂ ਕਿ ਉਹ ਪਰਮੇਸ਼ਰ ਦੀ ਮਹਿਮਾ ਨੂੰ ਵੇਖ ਸਕੇ। ਪਰਮੇਸ਼ਰ ਰੂੜੀ ਤੋਂ ਮਹਿਲਾਂ ਵਿੱਚ ਲੈ ਕੇ ਜਾਂਦਾ ਹੈ। ਯਾਦ ਰੱਖਣਾ, ਪਰਮੇਸ਼ਰ ਨੇ ਦਾਊਦ ਨੂੰ ਜੋ ਚਰਵਾਹੀ ਕਰਦਾ ਸੀ ਉਸ ਨੂੰ ਰਾਜਾ ਤੱਕ ਲੈ ਕੇ ਆਇਆ। ਉਹ ਪਰਮੇਸ਼ਰ ਹੀ ਕੰਮ ਕਰ ਸਕਦਾ ਹੈ। ਪਰ ਕਈ ਵਿਸ਼ਵਾਸੀ ਲੋਕ, ਕਈ ਵਿਸ਼ਵਾਸੀ ਭਾਈ ਭੈਣ ਜਦੋਂ ਉੱਚ ਹੋ ਜਾਂਦੇ ਆ ਤਾਂ ਆਪਣੇ ਵਿਸ਼ਵਾਸੀ ਭਾਈ ਭੈਣਾਂ ਨੂੰ ਭੁੱਲ ਜਾਂਦੇ ਆ।
ਉਹਨਾਂ ਦੇ ਨਾਲ ਉਹਨਾਂ ਦੇ ਆਰਥਿਕ ਸੰਬੰਧਾਂ ਦੇ ਕਾਰਨ ਸੰਬੰਧ ਵਿਛੇਦ ਹੋਣ ਲੱਗ ਜਾਂਦਾ ਹੈ। ਇਹ ਮੈਂ ਅਕਸਰ ਦੇਖਿਆ ਹੈ। ਉਹ ਭੁੱਲ ਜਾਂਦੇ ਹੈ ਕਿ ਅਸੀਂ ਉਹਨਾਂ ਭਰਾਵਾਂ ਦੇ ਕੋਲੋਂ ਹੀ ਨਿਕਲੇ ਆ ਜਿਨ੍ਹਾਂ ਨੇ ਸਾਡੇ ਲਈ ਪ੍ਰਾਰਥਨਾਵਾਂ ਕੀਤੀਆਂ, ਜਿਨ੍ਹਾਂ ਨੇ ਸਾਡੇ ਲਈ, ਸਾਡੇ ਜੀਵਨ ਦੇ ਲਈ, ਸਾਡੇ ਜੀਵਨ ਦੀ ਬਿਹਤਰੀ ਦੇ ਲਈ ਆਪਣੇ ਜੀਵਨ ਨੂੰ ਖਰਚ ਕੀਤਾ। ਇੱਥੇ ਯੂਸਫ ਉਹ ਸਭ ਪਰਿਸਥਿਤੀਆਂ ਭੁੱਲਦਾ ਨਹੀਂ ਹੈ, ਉਹ ਯਾਦ ਰੱਖਦਾ ਹੈ। ਫਿਰ ਵੀ ਉਹਨਾਂ ਨੂੰ ਗਲੇ ਲੱਗ ਕੇ ਉਹਨਾਂ ਦੇ ਲਈ ਬਹੁਤਾ ਕਰਕੇ ਉਹਨਾਂ ਨੂੰ ਦਿੰਦਾ ਹੈ, ਔਰ ਯਾਦ ਰੱਖਦਾ ਹੈ ਕਿ ਇਹ ਪਰਮੇਸ਼ਰ ਦੀ ਚੁਣੀ ਹੋਈ ਕੌਮ ਹੈ, ਇਹ ਪਰਮੇਸ਼ਰ ਦੇ ਚੁਣੇ ਹੋਏ ਲੋਕ ਹੈ ਜਿਨ੍ਹਾਂ ਨਾਲ ਮੈਂ ਸਵਰਗ ਦੇ ਵਿੱਚ ਮਿਲਣਾ ਹੈ, ਜਿਨ੍ਹਾਂ ਦੇ ਨਾਲ ਮੈਂ ਸਵਰਗ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਅਤੇ ਵਡਿਆਈ ਕਰਨੀ ਹੈ, ਜਿਨ੍ਹਾਂ ਦੇ ਨਾਲ ਮੈਂ ਪਰਮੇਸ਼ਰ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਹੈ। ਇਹ ਗੱਲ ਛੁਪੀ ਹੋਈ ਨਹੀਂ ਹੈ। ਯਾਦ ਕਰੀਏ ਅਸੀਂ ਲਾਜ਼ਰ ਤੇ ਉਸ ਧਨੀ ਦੀ ਗੱਲ ਨੂੰ। ਇਸ ਧਰਤੀ ਦੇ ਵਿੱਚ ਰਹਿੰਦਿਆਂ ਹੋਇਆਂ ਦੋਹਾਂ ਨੇ ਜੀਵਨ ਬਤੀਤ ਕੀਤਾ। ਜਦੋਂ ਸਵਰਗ ਦੇ ਵਿੱਚ ਗਏ ਤਾਂ ਦੋਨਾਂ ਨੇ ਇੱਕ ਦੂਜੇ ਨੂੰ ਦੇਖਿਆ, ਪਰ ਦੂਰੀ ਦੇ ਨਾਲ। ਮੇਰੇ ਪਿਆਰੇ ਅਸੀਸ, ਪਰਮੇਸ਼ਰ ਜਦੋਂ ਉਠਾਉਂਦਾ ਹੈ ਤਾਂ ਉਹਨੂੰ ਯਾਦ ਰੱਖੋ, ਉਹਦੇ ਲੋਕਾਂ ਨੂੰ ਯਾਦ ਰੱਖੋ, ਜਿਹੜੇ ਲੋਕ ਪਰਮੇਸ਼ਰ ਨੇ ਤੁਹਾਡੇ ਨਾਲ ਜੋੜੇ ਆ, ਜਿਹੜੇ ਲੋਕ ਪਰਮੇਸ਼ਰ ਨੇ ਤੁਹਾਡੇ ਨਾਲ ਮੇਲ ਮਿਲਾਪ ਦੇ ਵਿੱਚ ਲੈਂਦੇ ਆ। ਇਸ ਨਵੇਂ ਵਰ੍ਹੇ ਦੇ ਵਿੱਚ ਇੱਕ ਗੱਲ ਆਪਣੇ ਜੀਵਨ ਦੇ ਵਿੱਚ ਜ਼ਰੂਰ ਕਰੋ, ਭਾਵੇਂ ਅਸੀਂ ਕਿੰਨੇ ਵੀ ਉੱਚੇ ਹੋਈਏ, ਪਰ ਅਸੀਂ ਪਰਮੇਸ਼ਰ ਅਤੇ ਪਰਮੇਸ਼ਰ ਦੀ ਕਲੀਸਿਆ ਨੂੰ ਚੇਤਾ ਰੱਖੀਏ ਜਿਸ ਦੇ ਵਿੱਚ ਅਸੀਂ ਉੱਚੇ ਕੀਤੇ ਗਏ ਹਾਂ। ਮੇਰਾ ਕਹਿਣ ਦਾ ਭਾਵ ਇਹ ਨਹੀਂ ਹੈ ਕਿ ਉਹ ਤੁਹਾਡੇ ਕੋਲੋਂ ਕਿਸੇ ਗੱਲ ਦੀ ਮੰਗ ਕਰਦੇ ਆ, ਨਹੀਂ, ਉਹ ਕਦੇ ਵੀ ਤੁਹਾਡੇ ਕੋਲ ਮੰਗ ਨਹੀਂ ਕਰਦੇ। ਸਿਰਫ ਇਸ ਗੱਲ ਦੀ ਗੱਲ ਹੈ ਕਿ ਅਸੀਂ ਉਸ ਨੂੰ ਯਾਦ ਰੱਖਦੇ ਹੋਏ ਕੰਮ ਕਰੀਏ, ਯਾਦ ਰੱਖਦੇ ਹੋਏ, ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਉਸ ਨੂੰ ਯਾਦ ਰੱਖੀਏ। ਜੋ ਕੰਮ ਪਰਮੇਸ਼ਰ ਕਰਦਾ ਹੈ ਉਹ ਤੁਸੀਂ ਨਹੀਂ ਕਰ ਸਕਦੇ। ਇਸ ਲਈ ਪਰਮੇਸ਼ਰ ਸਾਨੂੰ ਉੱਚਾ ਕਰਦਾ ਹੈ ਸਾਡੇ ਸਥਾਨਾਂ ਦੇ ਵਿੱਚ, ਇਸ ਲਈ ਸਾਡੀ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਜਿਨ੍ਹਾਂ ਦੇ ਵਿੱਚ ਅਸੀਂ ਕੁਝ ਕਰ ਨਹੀਂ ਸੀ ਸਕਦੇ। ਪਰਮੇਸ਼ਰ ਨੇ ਯੂਸਫ ਨੂੰ ਇੱਥੇ ਉੱਚਾ ਕੀਤਾ ਆਪਣੇ ਭਰਾਵਾਂ ਦੀ ਮਦਦ ਕਰਨ ਦੇ ਲਈ। ਤੇ ਕੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ? ਕੀ ਅਸੀਂ ਇਸ ਤਰ੍ਹਾਂ ਦਾ ਆਪਣੇ ਜੀਵਨ ਦੇ ਵਿੱਚ ਵਿਚਾਰ ਪ੍ਰਗਟ ਕਰ ਰਹੇ ਹਾਂ ਕਿ ਅਸੀਂ ਉੱਥੇ ਤੱਕ ਹੀ ਰਹਿ ਚੁੱਕੇ ਹਾਂ ਜਿੱਥੇ ਤੱਕ ਸਾਨੂੰ ਰਹਿਣਾ ਚਾਹੀਦਾ? ਮੇਰੇ ਪਿਆਰੇ ਅਜ਼ੀਜ਼, ਇਸ ਗੱਲ ਨੂੰ ਯਾਦ ਰੱਖਣਾ। ਜਦੋਂ ਮੈਂ ਇਸ ਗੱਲ ਨੂੰ ਪੜ੍ਹ ਰਿਹਾ ਸੀ ਤਾਂ ਮੈਨੂੰ ਬਹੁਤ ਸਾਰੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਵੀ ਚੇਤਾ ਆਈਆਂ। ਪ੍ਰਭੂ ਯਿਸੂ ਮਸੀਹ ਨੇ ਵੀ ਇਹ ਗੱਲ ਆਪਣੇ ਜੀਵਨ ਦੇ ਵਿੱਚ ਆਖੀ। ਜਦੋਂ ਅਸੀਂ ਮਤੀ ਰਚੀ ਸੁਸਮਾਚਾਰ ਉਸ ਦੇ 12 ਅਧਿਆਏ ਉਸ ਦੇ 46 ਤੋਂ 50 ਤੱਕ ਪੜ੍ਹਦੇ ਹਾਂ, ਇੱਥੇ ਵੀ ਪ੍ਰਭੂ ਕੋਈ ਖਾਸ ਗੱਲ ਕਰ ਰਿਹਾ ਹੈ। ਪ੍ਰਭੂ ਦਾ ਗੋਤਰ ਵੀ ਉੱਚਾ ਸੀ, ਪ੍ਰਭੂ ਦਾ ਕੰਮ ਵੀ ਉੱਚਾ ਸੀ। ਪ੍ਰਭੂ ਕਿਹਨਾਂ ਲੋਕਾਂ ਦੇ ਵਿੱਚ ਰਹਿੰਦਾ ਸੀ ਅਤੇ ਕਿਹਨਾਂ ਲੋਕਾਂ ਦੀ ਮਦਦ ਕਰਦਾ ਸੀ, ਇੱਥੇ ਸਾਨੂੰ ਪਤਾ ਲੱਗਦਾ ਹੈ। ਔਰ ਬਾਰ-ਬਾਰ ਅਕਸਰ ਯਹੂਦੀ ਲੋਕਾਂ ਨੂੰ, ਬਾਰ-ਬਾਰ ਅਕਸਰ ਫਰੀਸੀ ਲੋਕਾਂ ਨੂੰ ਇਹ ਕਹਿੰਦੇ ਪਾਇਆ ਗਿਆ, ਉਹ ਤਾਂ ਪਾਪੀਆਂ ਨਾਲ ਖਾਂਦਾ ਪੀਂਦਾ ਹੈ। ਪਰ ਉਹ ਕਿਹਨਾਂ ਨਾਲ ਇਹ ਕਰ ਰਿਹਾ ਸੀ? ਕਿਹਨਾਂ ਨਾਲ ਉਹ ਬੈਠ ਰਿਹਾ ਸੀ? ਕਿਹਨਾਂ ਨਾਲ ਉਹ ਗੱਲ ਕਰ ਰਿਹਾ ਸੀ? ਕਿਹਨਾਂ ਦੀ ਮਦਦ ਕਰ ਰਿਹਾ ਸੀ? ਇੱਥੇ ਸਾਨੂੰ ਪਤਾ ਲੱਗਦਾ ਹੈ। ਕੀ ਕਹਿੰਦਾ ਇੱਥੇ? ਕਹਿੰਦਾ ਉਹ ਅਜੇ ਲੋਕਾਂ ਨਾਲ ਗੱਲਾਂ ਕਰਦਾ ਪਿਆ ਸੀ ਕਿ ਵੇਖੋ ਉਹਦੀ ਮਾਤਾ ਅਤੇ ਭਰਾ ਬਾਹਰ ਖੜੇ ਉਸ ਦੇ ਨਾਲ ਗੱਲ ਕਰਨੀ ਚਾਹੁੰਦੇ ਸੀ। ਤਦ ਕਿਹਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਆ।
ਪਰ ਉਹਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਹੈ ਮੇਰੇ ਭਰਾ। ਬੜੀ ਡੂੰਘੀ ਗੱਲ ਕੀਤੀ ਇੱਥੇ ਪ੍ਰਭੂ ਨੇ। ਅੱਜ ਅਸੀਂ ਆਪਣੇ ਮਾਤਾ ਪਿਤਾ ਅਤੇ ਆਪਣੇ ਭੈਣ ਭਰਾਵਾਂ ਦੇ ਬਾਰੇ ਸੋਚਣ ਲੱਗ ਜਾਂਦੇ ਹਾਂ ਜਦ ਅਸੀਂ ਉੱਚਾ ਹੋ ਜਾਂਦੇ ਹਾਂ। ਸਾਨੂੰ ਪ੍ਰਭੂ ਆਰਥਿਕ ਪੋਜੀਸ਼ਨ ਨਾਲ ਚੱਕ ਦਿੰਦਾ ਹੈ, ਪਰ ਇੱਥੇ ਪ੍ਰਭੂ ਕਿਹਨਾਂ ਦੇ ਨਾਲ ਗੱਲ ਕਰ ਰਿਹਾ ਹੈ? ਉਹਨਾਂ ਭੈਣ ਭਰਾਵਾਂ ਦੇ ਬਾਰੇ ਜਿਹੜੇ ਪ੍ਰਭੂ ਦੇ ਵਚਨ ਨੂੰ ਸੁਣਦੇ ਆ, ਜਿਹੜੇ ਪ੍ਰਭੂ ਦੇ ਵਚਨ ਦੇ ਵਿੱਚ ਪ੍ਰਭੂ ਦੇ ਲੋਕਾਂ ਦੇ ਲਈ ਪ੍ਰਾਰਥਨਾ ਕਰਦੇ ਆ, ਜਿਹੜੇ ਪ੍ਰਭੂ ਦੇ ਲੋਕਾਂ ਦੇ ਲਈ ਹਮੇਸ਼ਾ ਦਿਨ ਰਾਤ ਪ੍ਰਾਰਥਨਾ ਕਰਕੇ ਸਵਰਗ ਰਾਜ ਦੀ ਗੱਲਾਂ ਕਰਦੇ ਰਹਿੰਦੇ ਆ। ਇੱਥੇ ਪ੍ਰਭੂ ਉੱਥੇ ਗੱਲ ਕਰ ਰਿਹਾ, ਕੀ ਕਹਿੰਦਾ ਹੈ? ਕੌਣ ਹੈ ਮੇਰੀ ਮਾਤਾ ਅਤੇ ਕੌਣ ਹੈ ਭਰਾ, ਅਤੇ ਆਪਣੇ ਚੇਲਿਆਂ ਵੱਲ ਆਪਣੇ ਹੱਥ ਪਸਾਰ ਕੇ ਕਿਹਾ। ਬੜਾ ਡੂੰਘੀ ਗੱਲ ਹੈ। ਜੇ ਅੱਜ ਅਸੀਂ ਇਹ ਗੱਲ ਕਿਸੇ ਨਾਲ ਕਰੀਏ, ਲੈ ਪ੍ਰਚਾਰਕ ਬੜਾ ਘਮੰਡੀ ਹੋ ਗਿਆ। ਜੇ ਅਸੀਂ ਆਪਣਾ ਕਿਸੇ ਨਾਲ ਗੱਲ ਕਰਨੀ ਸ਼ੁਰੂ ਕਰਤੀ ਹੈ, ਕਿਸੇ ਨਾਲ ਇੱਦਾਂ ਕਰਨਾ ਸ਼ੁਰੂ ਕਰਤਾ, ਭਰਾ ਜੀ ਇਹ ਘਮੰਡ ਦੀ ਗੱਲ ਨਹੀਂ ਹੈ। ਪ੍ਰਭੂ ਨੇ ਵੀ ਇੱਥੇ ਕੋਈ ਘਮੰਡ ਨਹੀਂ ਦਿਖਾਇਆ। ਪ੍ਰਭੂ ਨੇ ਵੀ ਇੱਥੇ ਬੜੀ ਸੁੰਦਰ ਅਤੇ ਸਾਫ਼ ਗੱਲ ਕੀਤੀ। ਉਹਨੇ ਕੀ ਕਿਹਾ? ਕੌਣ ਹੈ ਮੇਰੀ ਮਾਤਾ ਅਤੇ ਭਰਾ। ਉਹਨੇ ਆਪਣੇ ਚੇਲਿਆਂ ਵੱਲ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ, ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਅਨੁਸਾਰ ਚੱਲਦਾ। ਮਰਜ਼ੀ ਦੀ ਗੱਲ ਕੀਤੀ ਗਈ ਹੈ ਇੱਥੇ। ਮਰਜ਼ੀ ਪਰਮੇਸ਼ਰ ਦੇ ਲੋਕ ਪਰਮੇਸ਼ਰ ਦੀ ਕਲੀਸਿਆ ਦੇ ਵਿੱਚ ਸਵਰਗ ਦੇ ਕੰਮਾਂ ਦੇ ਨਿਮਿਤ ਕਰਦੇ ਨਜ਼ਰ ਆਉਂਦੇ। ਤੁਹਾਨੂੰ ਪਤਾ ਹੈ ਪਰਮੇਸ਼ਵਰ ਨੇ ਆਪਣੇ ਘਰ ਦੇ ਵਿੱਚ ਜਦੋਂ ਦਾਨ ਦੇ ਰਹੇ ਸੀ, ਪ੍ਰਭੂ ਸਾਰਿਆਂ ਨੂੰ ਦੇਖ ਰਿਹਾ ਸੀ ਕਿੱਦਾਂ ਦੇ ਰਹੇ, ਪਰ ਜਦੋਂ ਇੱਕ ਵਿਧਵਾ ਨੇ ਦਿੱਤਾ ਹੈ ਤਾਂ ਉਹਨੇ ਬਾਕੀਆਂ ਦੇ ਦਾਨ ਦੇ ਬਾਰੇ ਗੱਲ ਨਹੀਂ ਕੀਤੀ। ਉਹਨੇ ਵਿਧਵਾ ਦੇ ਉੱਤੇ ਹੀ ਕਿਉਂ ਧਿਆਨ ਕੀਤਾ? ਕਾਰਨ ਕੀ ਸੀਗਾ? ਉਹ ਦਾਨ ਕਾਹਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ? ਉਹ ਦਾਨ ਦਾ ਮਕਸਦ ਕੀ ਸੀ? ਪਰਮੇਸ਼ਵਰ ਉੱਥੇ ਉੱਚੇ ਅਤੇ ਵੱਡ ਜਿਹੜੇ ਆਰਥਿਕ ਪੋਜੀਸ਼ਨ ਨਾਲ ਉੱਚੇ ਕੀਤੇ ਗਏ ਪਰਮੇਸ਼ਵਰ ਦੇ ਲੋਕ, ਉਹਨਾਂ ਨੂੰ ਉੱਥੇ ਇੱਕ ਸਿੱਖਿਆ ਦੇ ਰਿਹਾ ਹੈ। ਤੁਸੀਂ ਤਾਂ ਦੇਖ ਕੇ ਦਿੰਦੇ ਹੋ, ਇਹਨੇ ਬਿਨਾਂ ਦੇਖੇ ਦਿੱਤਾ ਹੈ। ਕਿਹਨੂੰ ਦਿੱਤਾ ਹੈ? ਪਰਮੇਸ਼ਵਰ ਦੇ ਘਰ ਅਤੇ ਪਰਮੇਸ਼ਵਰ ਦੇ ਲੋਕਾਂ ਦੇ ਲਈ, ਜਿਨ੍ਹਾਂ ਦੀ ਜ਼ਰੂਰਤ ਦੇ ਲਈ ਇਸਤੇਮਾਲ ਕੀਤਾ ਜਾਂਦਾ। ਇਸ ਲਈ ਪਰਮੇਸ਼ਵਰ ਪੁੱਤਰ ਨੇ ਕਿਹਾ, ਇਹਨੇ ਸਭ ਤੋਂ ਜ਼ਿਆਦਾ ਦਿੱਤਾ ਹੈ। ਇਹ ਗੱਲ ਇੱਥੇ ਨਹੀਂ ਹੋਣੀ ਹੈ ਮੇਰੇ ਪਿਆਰੇ ਜੀ, ਇਹ ਗੱਲ ਕਿੱਥੇ ਹੋਣੀ ਹੈ? ਇਨ ਹੈਵਨ, ਸਵਰਗ ਦੇ ਵਿੱਚ। ਜੋ ਕੁਝ ਅਸੀਂ ਆਪਣੇ ਭਰਾਵਾਂ ਦੇ ਲਈ ਕਰ ਰਹੇ ਹਾਂ, ਜੋ ਕੁਝ ਅਸੀਂ ਇੱਥੇ ਪਰਮੇਸ਼ਵਰ ਦੇ ਘਰ ਦੇ ਲਈ ਕਰ ਰਹੇ ਹਾਂ, ਉਸ ਦੀ ਗੱਲ ਸਵਰਗ ਦੇ ਵਿੱਚ ਹੋਵੇਗੀ। ਸਵਰਗ ਦੇ ਵਿੱਚ ਉਸ ਦਾ ਸਾਨੂੰ ਨਿਆਂ, ਸਵਰਗ ਦੇ ਵਿੱਚ ਉਸ ਦਾ ਪ੍ਰਤੀਫਲ ਸਾਨੂੰ ਮਿਲੇਗਾ। ਜੇ ਜ਼ਿਆਦਾ ਗੱਲ ਹੈ ਤਾਂ ਅਸੀਂ ਮਤੀ ਰਚਿਤ ਸੁਸਮਾਚਾਰ 25 ਅਧਿਆਇ ਨੂੰ ਪੜ੍ਹ ਸਕਦੇ ਹਾਂ। ਪਰਮੇਸ਼ਵਰ ਉੱਥੇ ਉਹਨਾਂ ਲੋਕਾਂ ਨੂੰ ਸਰਾਹੁੰਦਾ ਹੈ, ਉਹਨਾਂ ਲੋਕਾਂ ਦੀ ਤਾਰੀਫ ਕਰਦਾ ਹੈ। ਸਾਨੂੰ ਆਪਣੇ ਲੋਕਾਂ ਨੂੰ, ਜਿਹੜੇ ਲੋਕ ਪ੍ਰਭੂ ਦੇ ਕੰਮ ਦੇ ਵਿੱਚ, ਜਿਹੜੇ ਲੋਕ ਆਰਥਿਕ ਪੋਜੀਸ਼ਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਕਮਜ਼ੋਰ ਹੈ, ਉਹਨਾਂ ਦੀ ਮਦਦ ਕਰਨ ਦੀ ਲੋੜ ਹੈ, ਜ਼ਰੂਰਤ ਹੈ। ਔਰ ਇੱਥੇ ਯੂਸਫ ਨੇ ਕੰਮ ਕੀਤਾ ਹੈ। ਯੂਸਫ ਨੇ ਦੇਖਿਆ ਇਸਰਾਇਲੀ ਲੋਕ ਇਸ ਸਮੇਂ ਪੂਰੇ ਅਕਾਲ ਦੇ ਵਿੱਚ ਭੁੱਖਮਰੀ ਦੇ ਵਿੱਚ ਜਾ ਰਹੇ ਆ, ਗਰੀਬੀ ਦੇ ਵਿੱਚ ਜਾ ਰਹੇ ਆ, ਸੰਤਾਪ ਦੇ ਵਿੱਚ ਜਾ ਰਹੇ ਆ। ਉਹਨੇ ਉਹਨਾਂ ਨੂੰ ਆਪਣੇ ਕੋਲ ਬੁਲਾਉਣ ਦੀ ਯੋਜਨਾ ਪੈਦਾ ਕੀਤੀ, ਜਿੱਥੇ ਉਹਨਾਂ ਨੂੰ ਭਰਪੂਰੀ ਦੇ ਨਾਲ ਮਿਲ ਸਕੇ। ਉਹ ਪ੍ਰਧਾਨ ਮੰਤਰੀ ਬਣ ਚੁੱਕਾ ਸੀ, ਉਹਨਾਂ ਨੂੰ ਲੈ ਕੇ ਆਇਆ, ਉਹਨਾਂ ਨੂੰ ਸਥਾਨ ਦਿੱਤਾ, ਉਹਨਾਂ ਨੂੰ ਜਗ੍ਹਾ ਦਿੱਤੀ, ਕਿਉਂਕਿ ਉਹ ਉਹਨਾਂ ਦੇ ਬਾਰੇ ਸੋਚਦਾ ਸੀ ਅਤੇ ਦੇਖਦਾ ਸੀ, ਕਿਉਂਕਿ ਉਹ ਉਹਨਾਂ ਦੇ ਵਿੱਚੋਂ ਨਿਕਲਿਆ ਸੀ। ਉਹਨਾਂ ਨੂੰ ਭੁੱਲਿਆ ਨਹੀਂ, ਉਹਨਾਂ ਨੂੰ ਰਿਮੈਂਬਰ ਕੀਤਾ, ਉਹਨਾਂ ਨੂੰ ਸਜ਼ਾ ਨਹੀਂ ਦਿੱਤੀ, ਗੱਲ ਨਾਲ ਲਾਇਆ
ਕਿ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ? ਪਰਮੇਸ਼ਵਰ ਦਾ ਵਚਨ ਕਹਿੰਦਾ ਹੈ, ਜੇ ਪਰਮੇਸ਼ਵਰ ਨੇ ਤੁਹਾਨੂੰ ਆਰਥਿਕ ਪੋਜੀਸ਼ਨ ਉੱਚਾ ਕੀਤਾ ਹੈ ਤਾਂ ਆਪਣੇ ਭਰਾਵਾਂ ਨੂੰ ਚੇਤਾ ਰੱਖੋ, ਜਿਨ੍ਹਾਂ ਵਿੱਚੋਂ ਤੁਸੀਂ ਨਿਕਲੇ ਹੋ, ਜਿਨ੍ਹਾਂ ਵਿੱਚੋਂ ਤੁਸੀਂ ਨਿਕਲੇ ਹੋ, ਉਹਨਾਂ ਦੀਆਂ ਜ਼ਰੂਰਤਾਂ ਦੇ ਲਈ, ਉਹਨਾਂ ਦੀਆਂ ਨੀਡਾਂ ਦੇ ਲਈ ਅਸੀਂ ਉਹਨਾਂ ਦੇ ਨਾਲ ਭਾਈਵਾਲ ਸਿੱਧ ਹੋ ਸਕੀਏ, ਕਿਉਂਕਿ ਉਸ ਦਾ ਪ੍ਰਤੀਫਲ ਪਰਮੇਸ਼ਵਰ ਨੇ ਮੈਨੂੰ ਸਵਰਗ ਦੇ ਵਿੱਚ ਦੇਣਾ, ਮੈਨੂੰ ਸਵਰਗ ਦੇ ਵਿੱਚ ਦੇਣਾ। ਮੈਂ ਇੱਥੇ ਨਹੀਂ ਕੁਝ ਵੀ ਕਰ ਸਕਦਾ, ਲੇਕਿਨ ਜੋ ਮੈਂ ਇੱਥੇ ਕਰ ਸਕਦਾ ਉਸ ਦੇ ਜਦੋਂ ਅਸੀਂ ਮਤੀ ਦੀ ਅੰਜੀਲ 6 ਅਧਿਆਏ ਪੜ੍ਹਦੇ ਹਾਂ ਤਾਂ ਬਾਈਬਲ ਦੇ ਵਿੱਚ ਲਿਖਿਆ ਹੈ, ਜੋ ਕੁਝ ਵੀ ਤੂੰ ਕਰ ਰਿਹਾ ਹੈ ਉਹ ਗੁਪਤ ਦੇ ਵਿੱਚ ਕਰ, ਕਿਉਂਕਿ ਉਸ ਦਾ ਪ੍ਰਤੀਫਲ ਤੇਰਾ ਸਵਰਗੀ ਪਿਤਾ ਤੈਨੂੰ ਆਪਣੇ ਸਿੰਘਾਸਨ ਤੋਂ ਦੇਵੇਗਾ, ਆਪਣੇ ਸਿੰਘਾਸਨ ਤੋਂ ਦੇਵੇਗਾ। ਇਸ ਲਈ ਇੱਥੇ ਜਦੋਂ ਉਹ ਕਹਿੰਦਾ, ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਮੇਰੀ ਭੈਣ ਅਤੇ ਮਾਤਾ ਹੈ। ਇਹਦਾ ਮਤਲਬ ਜੇ ਅਸੀਂ ਪ੍ਰਭੂ ਦੇ ਵਿੱਚ, ਪ੍ਰਭੂ ਦੇ ਲੋਕਾਂ ਦੇ ਨਾਲ ਮਿਲ ਕੇ ਚੱਲਦੇ ਹਾਂ ਤਾਂ ਪ੍ਰਭੂ ਉਸ ਦਾ ਪ੍ਰਤੀਫਲ ਸਾਨੂੰ ਦੇਵੇਗਾ। ਮੈਂ ਸਮਝਦਾ ਹਾਂ ਕਿ ਏਲੀਆ ਨਬੀ, ਜਦੋਂ ਅਕਾਲ ਪੈ ਗਿਆ, ਪਰਮੇਸ਼ਰ ਨੇ ਉਹਨੂੰ ਇੱਕ ਰਸਤਾ ਦਿਖਾਇਆ ਜਿੱਥੇ ਜੀਣਾ ਸੀ। ਉਸਨੇ ਕਿਹਾ, ਜਾ ਇੱਕ ਵਿਡੋ ਦੇ ਘਰ ਦੇ ਵਿੱਚ ਜਾ। ਵਿਡੋ ਦੇ ਘਰ ਦੇ ਵਿੱਚ ਰਹਿ ਕੇ ਪਰਮੇਸ਼ਰ ਨੇ ਉਸ ਦੇ ਨਾਲ ਉਸ ਘਰ ਨੂੰ ਵੀ ਬਚਾਇਆ ਅਤੇ ਆਪਣੇ ਦਾਸ ਨੂੰ ਬਚਾਇਆ। ਇਹਦਾ ਮਤਲਬ ਪਰਮੇਸ਼ਰ ਆਪਣੇ ਲੋਕਾਂ ਦੇ ਰਾਹੀਂ ਹੀ ਆਪਣੇ ਲੋਕਾਂ ਦੀ ਹਿਫਾਜ਼ਤ ਕਰਦਾ ਹੈ ਅਤੇ ਉਹਨਾਂ ਨੂੰ ਪਾਲਦਾ ਹੈ, ਕਿਸੇ ਦੂਸਰੇ ਦੇ ਰਾਹੀਂ ਨਹੀਂ। ਮੇਰੇ ਪਿਆਰੇ ਅਜ਼ੀਜ਼, ਯੂਸਫ ਦੇ ਰਾਹੀਂ, ਯੂਸਫ ਦੇ ਘਰਾਣੇ ਦੇ ਔਰ ਜਿੰਨੇ ਵੀ ਵਿਸ਼ਵਾਸੀ ਲੋਕ ਸੀ, ਸਭ ਉਸ ਅਕਾਲ ਦੇ ਵਿੱਚ ਬਚਾਏ ਗਏ। ਇਹੋ ਗੱਲ ਪ੍ਰਭੂ ਯਿਸੂ ਮਸੀਹ ਨੇ ਵੀ ਆਪਣੇ ਜੀਵਨ ਦੇ ਰਾਹੀਂ ਉੱਥੇ ਸਿਖਾਈ ਹੈ। ਅਤੇ ਸਾਨੂੰ ਇਹ ਸਿੱਖ ਕੇ ਚੱਲਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਵਿਸ਼ਵਾਸੀ ਭੈਣ ਭਰਾਵਾਂ ਦੀ, ਭਾਵੇਂ ਅਸੀਂ ਕਿੰਨੇ ਵੀ ਉੱਚੇ ਹੋ ਜਾਈਏ, ਉਹਨਾਂ ਦੇ ਨਾਲ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਨਹੀਂ ਹੈ ਮੈਂ ਕੋਈ ਭੌਤਿਕ ਗੱਲਾਂ ਦੀ ਗੱਲ ਕਰ ਰਿਹਾ, ਆਤਮਿਕ, ਭੌਤਿਕ ਅਤੇ ਮਾਨਸਿਕ ਤਿੰਨੇ ਗੱਲਾਂ, ਇਹਨਾਂ ਦੀ ਸਾਨੂੰ ਮਦਦ ਕਰਦੇ ਰਹਿਣਾ ਚਾਹੀਦਾ। ਜੇ ਅਸੀਂ ਮਦਦ ਨਹੀਂ ਕਰ ਸਕਦੇ, ਪ੍ਰਾਰਥਨਾ ਕਰ ਸਕਦੇ ਹਾਂ। ਜੇ ਅਸੀਂ ਪ੍ਰਾਰਥਨਾ ਦੇ ਵਿੱਚ ਆਪਣਾ ਕਿਤੇ ਕਮਜ਼ੋਰ ਹੈ ਜਾਂ ਕਿਸੇ, ਤਾਂ ਮੌਲਿਕ ਚੀਜ਼ਾਂ ਦੇ ਨਾਲ ਜਾਓ, ਮਾਲਿਕ ਚੀਜ਼ਾਂ ਦੇ ਨਾਲ ਜਾਓ, ਮਾਲਿਕ ਚੀਜ਼ਾਂ ਦੇ ਨਾਲ, ਮਾਨਸਿਕਤਾ ਦੇ ਨਾਲ ਜਿਸ ਦਾ ਪਰੇਸ਼ਾਨ ਹੈ ਉਸ ਦੀ ਅਸੀਂ ਸਲਾਹ ਦੇ ਕੇ ਉਹਨਾਂ ਨੂੰ ਅਸੀਂ ਬਚਾ ਸਕਦੇ ਹਾਂ, ਉਹਨਾਂ ਨੂੰ ਅੱਗੇ ਲੈ ਜਾ ਸਕਦੇ ਹਾਂ। ਇਸ ਲਈ ਇੱਥੇ ਯੂਸਫ ਨੇ ਜੋ ਕੀਤਾ, ਆਪਣੇ ਪਿਤਾ ਯਾਕੂਬ ਦੇ ਘਰਾਣੇ ਨੂੰ ਆਪਣੇ ਕੋਲ ਬੁਲਾਇਆ ਕਿ ਅਸੀਂ ਉਹਦੇ ਕੋਲੋਂ ਆਸ਼ੀਸ਼ ਪ੍ਰਾਪਤ ਕਰ ਸਕੀਏ, ਕਿਉਂਕਿ ਆਸ਼ੀਸ਼ ਦੀ ਚਾਬੀ ਪਰਮੇਸ਼ਰ ਨੇ ਅਬਰਾਹਮ, ਇਸਹਾਕ, ਯਾਕੂਬ ਨੂੰ ਦਿੱਤੀ ਹੋਈ ਸੀ ਔਰ ਇਸ ਚਾਬੀ ਨੂੰ ਉਸਨੇ ਆਪਣੇ ਜੀਵਨ ਦੇ ਵਿੱਚ ਪ੍ਰਤਿੱਗਿਆ ਅਤੇ ਆਸ਼ੀਰਵਾਦ ਸਮਝਿਆ। ਇਸ ਲਈ ਸਾਨੂੰ ਉਸ ਨੂੰ ਯਾਦ ਰੱਖਣ ਦੀ ਲੋੜ ਹੈ। ਅਸੀਂ ਕਦੇ ਵੀ ਉਹਨੂੰ ਭੁੱਲੀਏ ਨਾ, ਹਮੇਸ਼ਾ ਪ੍ਰਾਰਥਨਾ ਵਿੱਚ ਯਾਦ ਰੱਖੀਏ ਆਪਣੇ ਲੋਕਾਂ ਦੇ ਲਈ, ਜਿਨ੍ਹਾਂ ਨੇ ਸਾਡੇ ਜੀਵਨ ਦੇ ਵਿੱਚ ਹਮੇਸ਼ਾ ਸਾਡੇ ਲਈ ਆਪਣੇ ਆਪ ਨੂੰ ਦਿੱਤਾ ਹੈ, ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਰਹੀਏ। ਮੇਰੇ ਜੀਵਨ ਦੇ ਵਿੱਚ ਮੈਂ ਆਪ ਨੂੰ ਦੱਸ ਦਿੰਦਾ ਹਾਂ, ਜਿੰਨੇ ਵੀ ਮੇਰੇ ਇਸ ਕਲੀਸਿਆ ਦੇ ਨਾਲ ਮੈਨੂੰ ਭਾਈ ਭੈਣ ਮਿਲੇ ਹੈ, ਚਾਹੇ ਉਹ ਮੇਰੇ ਵਿਰੋਧ ਵਿੱਚ ਹੈ, ਚਾਹੇ ਕਿਸ ਤਰੀਕੇ ਨਾਲ, ਮੈਂ ਉਹਨਾਂ ਦੇ ਲਈ ਪ੍ਰਾਰਥਨਾ ਕਰਨਾ ਨਹੀਂ ਛੱਡਦਾ ਅਤੇ ਉਹਨਾਂ ਨੂੰ ਜਿੱਥੇ ਕਿਤੇ ਵੀ ਮਿਲਦਾ, ਮਿਲ ਕੇ ਉਹਨਾਂ ਦੇ ਹਾਲ-ਚਾਲ ਨੂੰ, ਅਗਰ ਉਹਨਾਂ ਨੂੰ ਸਾਡੀ ਕਿਸੇ ਪ੍ਰਕਾਰ ਦੀ ਨੀਡ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਉਸ ਦੇ ਲਈ ਅਸੀਂ ਖੜੇ ਵੀ ਰਹਿੰਦੇ ਹਾਂ, ਚਾਹੇ ਪਰਿਸਥਿਤੀਆਂ ਕਿਹੋ ਜਿਹੀਆਂ, ਕਿਉਂਕਿ ਪ੍ਰਭੂ ਦੇ ਵਚਨ ਨੇ ਮੈਨੂੰ ਸਿਖਾਇਆ ਹੈ, ਪ੍ਰਭੂ ਦਾ ਵਚਨ ਮੈਨੂੰ ਸਿਖਾਉਂਦਾ ਹੈ ਕਿ ਆਪਣੇ ਵਿਸ਼ਵਾਸੀ ਭਾਈ ਭੈਣਾਂ ਦੇ ਲਈ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਦੇ ਲਈ ਖੜੇ ਰਹਿਣਾ। ਯੂਸਫ ਖੜਾ ਰਿਹਾ, ਮੈਂ ਵੀ ਖੜੇ ਰਹਿਣਾ, ਆਪ ਵੀ ਖੜੇ ਰਹਿਣਾ।
ਪ੍ਰਭੂ ਸਾਨੂੰ ਇਸ ਵਚਨ ਦੇ ਅਨੁਸਾਰ ਚੱਲਣ ਦੇ ਲਈ ਅਤੇ ਖੜੇ ਰਹਿਣ ਦੀ ਸਾਡੀ ਮਦਦ ਕਰੇ। ਜੈ ਮਸੀਹ।